ਸੂਰਠ ਮਹਿਲਾ ਚੌਥਾ। ਪੰਚ ਪਦਾ ਆਚਰ ਚਰੈ ਤਾਂ ਸਿੱਧਿ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਆਚਰ ਚਰੈ ਤਾਂ ਸਿੱਧੀ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕਾਓ ਦੇਹ ਵਡਿਆਈ। ਗੁਰਮਤਿ ਰਾਮ ਨਾਮ ਪਰਗਾਸਹੁ, ਸਦਾ ਰਹਾਉ ਸ਼ਰਣਾਈ। ਰਹਾਉ ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜੀਓ ਕਿਰਪਾ ਕਰਹੁ, ਗੁਰ ਮਿਲਹੁ, ਤਾਂ ਹਰਿ ਨਾਮ ਸਮਾਣਾ। ਜਿਸ ਕੀ ਵਥ ਸੋਈ ਪ੍ਰਭ ਜਾਣੈ, ਜਿਸਨੂੰ ਦੇ ਸੋ ਪਾਏ। ਵਸਤੂ ਅਨੂਪ ਅਤ ਅਗਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਿਠਿਆਈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ
ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ ਤੇ ਅੱਜ ਮਹਾਰਾਜ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਗੁਰੂ ਕਰਤਾ ਦੇ ਬਾਬਤ। ਅਸੀਂ ਬਾਣੀ ਪੜ੍ਹਦੇ ਹਾਂ, ਜਿੰਨਾ ਹੋ ਸਕਦਾ ਕੋਈ ਜਪ ਕਰਦਾ ਹੈ, ਸਿਮਰਨ ਕਰਦਾ, ਜੋ ਕਿਸੇ ਤੋਂ ਸਰਦਾ ਬਣਦਾ ਹੈ ਕਰਦਾ ਹੈ। ਉਹ ਜਾਪ ਕਰਦੇ ਹਾਂ, ਪਾਠ ਕਰਦੇ ਹਾਂ, ਜਿਹਨੂੰ ਆਪਾਂ ਸਿਮਰਨ ਕਹਿੰਦੇ ਹਾਂ ਕਰਦੇ ਹਾਂ, ਇੱਕ ਭਾਵ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਭਾਵ ਹੀ ਸਾਡੀ ਮੰਗ ਹੁੰਦੀ ਹੈ। ਅਤੇ ਅੱਜ ਵਿਸ਼ਵਾਸ ਦਵਾਉਂਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਭਾਈ ਤੁਹਾਡੀਆਂ ਜੋ ਜੋ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਸਮਰੱਥਾ ਗੁਰੂ ਕਰਤੇ ਵਿੱਚ ਹੈ। ਔਰ ਸਮਝਾਉਂਦੇ ਨੇ ਜਾਂ ਕੈ ਵਸ ਹੈ ਕਾਮ ਤੇ ਨਾ। ਪੁਰਾਣੇ ਵਕਤ ਤੋਂ ਇੱਕ ਖਿਆਲ ਬਣਿਆ ਸੀ ਲੋਕਾਂ ਦਾ ਵੀ ਕੋਈ ਕਾਮ ਤੇ ਨੂੰ ਗਾਂ ਹੈ, ਜਿਹਦੇ ਕੋਲ ਜਾ ਕੇ ਕੋਈ ਅਰਦਾਸ ਕਰੋ ਤੇ ਸਭ ਕੁਝ ਮਿਲ ਜਾਂਦਾ। ਉਹ ਠੀਕ ਐਸਾ ਤੁਸਾਂ ਵੇਖੀ ਨਹੀਂ ਹੋਏਗੀ, ਕਥਾ ਕਹਾਣੀ 'ਚ ਸੁਣਿਆ ਕਿਸੇ ਰਿਸ਼ੀ ਕੋ ਸੀ। ਦਰਅਸਲ ਉਹ ਕਿਸੇ ਸੁਣਿਆ ਕਿ ਦੇਖਿਆ ਸਿਆਣੇ ਵਡੇਰੇ ਕਹਿੰਦੇ ਹੁੰਦੇ ਸੀ ਸੰਗਤ ਕਾਮ ਤੇਰੂ ਹੈ। ਸਾਧ ਸੰਗਤ ਜੋ ਹੈ ਨਾ ਕਾਮ ਤੇਰੂ ਹੈ ਦਾ ਭਾਵ ਬੜਾ ਗਹਿਰਾ ਹੈ। ਸੰਗਤ ਵਿੱਚ ਆ ਕੇ ਜੋ ਅਰਦਾਸ ਕਰਾਂਗੇ ਉਹ ਮਿਲੇਗਾ। ਸਮਾਂ ਲੱਗ ਜਾਂਦਾ, ਵੱਧ ਘੱਟ ਹੋ ਸਕਦਾ, ਸਾਡੀ ਬਣਤਰ ਸਾਡੀ ਸੋਚ। ਕਈ ਵਾਰ ਅਸੀਂ ਕੋਈ ਉਹ ਮੰਗ ਬੈਠੇ ਹੁੰਦੇ ਆ ਜਿਸ ਦੀ ਅਸੀਂ ਅਜੇ ਪੂਰੀ ਤਰ੍ਹਾਂ ਯੋਗ ਨਹੀਂ ਹੁੰਦੇ। ਇਸ ਕਰਕੇ ਇੱਧਰੋਂ ਮਿਲਦਾ ਤੇ ਹੈ ਪਰ ਚੀਜ਼ ਹਰ ਸਮੇਂ ਦਾ ਨਾ ਮਿਲਦੀ ਹੈ। ਵਿਸ਼ਵਾਸ ਰੱਖੀਏ ਉਹ ਦਾਤਾ ਦੇਣ ਵਾਲੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇ ਨਾ। ਇਸ ਕਰਕੇ ਭਾਈ ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਤੇ ਹੁਕਮ ਜਪ ਮਨ ਸਤਨਾਮ ਸਦਾ ਸਤਨਾਮ। ਇਸ ਭਾਵ ਦੇ ਵਿੱਚ ਜਦੋਂ ਅਸੀਂ ਟਿਕ ਜਾਈਏ ਇੱਛਾਵਾਂ ਨੂੰ ਪੂਰਤੀ ਮਿਲਣੀ ਹੈ, ਉਹ ਪੂਰੀਆਂ ਹੋਣੀਆਂ ਨੇ। ਪਰ ਕਰਨਾ ਕੀ ਪਏਗਾ, ਸਾਨੂੰ ਕੀ ਕਰਨਾ ਚਾਹੀਦਾ? ਇੱਛਾਵਾਂ ਦੀ ਪੂਰਤੀ ਅਸਾਂ ਕਰਨੀ ਹੈ, ਸਾਡੀ ਹੋਣੀ ਹੈ, ਪਰ ਸਾਡੇ ਅੰਦਰ ਵੀ ਤੇ ਕੁਝ ਚੇਂਜ ਤਬਦੀਲੀਆਂ ਪ੍ਰਾਪਤੀ ਦੀ ਯੋਗਤਾ ਵੀ ਤੇ ਚਾਹੀਦੀ ਹੈ ਨਾ। ਜਿਵੇਂ ਅਸੀਂ ਕਿਸੇ ਬਾਜ਼ਾਰ ਜਾਣੇ ਤੇ ਭਾਵੇਂ ਵਸਤੂ ਲੈਣ ਜਾਣਾ ਹੁੰਦਾ ਤੇ ਉਸ ਵਸਤੂ ਦੇ ਮੁਤਾਬਕ ਆਪਾਂ ਟਰਾਂਸਪੋਰਟ ਦਾ ਪ੍ਰਬੰਧ ਕਰਦੇ ਹਾਂ। ਆਪਾਂ ਸਬਜ਼ੀ ਲੈਣ ਵੀ ਜਾਣੇ ਤੇ ਝੋਲਾ ਲੈ ਕੇ ਜਾਈਦਾ। ਕੁਛ ਵੀ ਸਾਮਾਨ ਲੈਣ ਜਾਂਦੇ ਉਹਦੇ ਮੁਤਾਬਕ ਥੈਲਾ ਝੋਲਾ ਕੁਛ ਲੈ ਕੇ ਜਾਓਗੇ ਨਾ। ਐਸਾ ਤੇ ਨਹੀਂ ਨਾ ਅਸੀਂ ਕੁਛ ਲੈਣ ਹੋਰ ਚੱਲੇ ਹਾਂ ਤੇ ਸਾਡੇ ਹੱਥ ਖਾਲੀ ਹੋਣ। ਇਸ ਕਰਕੇ ਮਹਾਰਾਜ ਸਾਨੂੰ ਕੁਝ ਉਹ ਜੁਗਤਾਂ ਦਿੰਦੇ ਨੇ ਜਿਹੜੀਆਂ ਅਸੀਂ ਪ੍ਰਾਪਤ ਕਰ ਸਕੀਏ। ਪਿਛਲੇ ਦਿਨਾਂ 'ਚੋਂ ਆਪ ਜੀ ਨੇ ਇੱਕ ਗੱਲ ਵਾਚੀ ਹੋਏਗੀ ਜੋ ਸਾਨੂੰ ਸੁਭਾਗ ਮਿਲਿਆ ਲਗਾਤਾਰ ਕੁਛ ਦਿਨ ਚੌਥੇ ਪਾਤਸ਼ਾਹ ਮਹਾਰਾਜ ਦੇ ਇਹ ਅੰਮ੍ਰਿਤਮਈ ਬਚਨ ਵਾਚਨ ਵਿਚਾਰਨ ਦਾ ਆਪੇ ਕੰਡਾ ਆਪ ਤਰਾਜੀ ਪ੍ਰਭਾਪੇ ਤੋਂ ਸਾਰਾ ਕੁਝ ਆਪ ਹੈ। ਸਾਰਾ ਕੁਝ ਦਾ ਆਪ ਦਾ ਭਾਵ ਲੈ ਕੇ ਅਸੀਂ ਕਦੇ ਕਦੇ ਆਪ ਸੁਰਖਰੂ ਅਸੀਂ ਲੈ ਸਭ ਕੁਝ ਰੱਬ ਕਰਦਾ ਅਸੀਂ ਕਰੀਏ। ਉਹਨਾਂ ਇੱਕ ਜੁਗਤ ਦਿੱਤੀ ਹੈ ਕਿ ਜਿਵੇਂ ਪਾਣੀ ਦੇ ਸਦਕੇ ਹੀ ਸਾਰੀ ਬਨਸਪਤੀ ਹੈ, ਪਰ ਬਨਸਪਤੀ ਦੇ ਫੁੱਲਾਂ ਦੇ ਰੰਗ ਅਲੱਗ-ਅਲੱਗ ਨੇ, ਬਨਸਪਤੀ ਦੇ ਟੇਸਟ ਅਲੱਗ-ਅਲੱਗ ਨੇ, ਫਲ ਅਲੱਗ-ਅਲੱਗ ਨੇ, ਉਹਨਾਂ ਦੇ ਕਿਤੇ ਕਿਤੇ ਗੁਣ ਧਰਮ ਵਿਰੋਧੀ ਨੇ, ਪਰ ਭਾਈ ਪਾਣੀ ਇੱਕੋ ਹੀ ਹੈ। ਇਸੇ ਤਰ੍ਹਾਂ ਆ ਬਿਜਲੀ ਅਸੀਂ ਦੇਖਦੇ ਹਾਂ
ਇੱਕੋ ਹੀ ਬਿਜਲੀ ਹੈ, ਪਰ ਇਹਦੇ ਗੁਣ ਵੀ ਕਿਤੇ ਕਿਤੇ ਵਿਰੋਧੀ ਲੱਗਦੇ ਨੇ। ਉਸੇ ਤਾਰ ਦੇ ਨਾਲ ਇੱਕ ਪਾਸੇ ਅਸੀਂ ਹੀਟਰ ਜੋੜ ਲੈਂਦੇ ਹਾਂ, ਦੂਜੇ ਪਾਸੇ ਏਸੀ ਲਾ ਲੈਂਦੇ ਹਾਂ। ਇੱਕ ਪਾਸੇ ਅੱਗ ਸੇਕ ਨਿਕਲਦਾ, ਦੂਜੇ ਪਾਸੇ ਠੰਡੀ ਬਰਫ਼ ਪੈਦਾ ਹੋ ਰਹੀ ਹੈ। ਬਿਜਲੀ ਤਾਕਤ ਇੱਕੋ ਹੀ ਹੈ। ਬਾਈ ਹੁਣ ਕਵੇ ਕੋਈ ਸੇਕ ਕਿਉਂ ਆ ਰਿਹਾ, ਬਿਜਲੀ ਦਾ ਦੋਸ਼ ਹੈ? ਨਹੀਂ, ਨਾ ਬਿਜਲੀ ਦਾ ਦੋਸ਼ ਸੇਕ ਦੇਣਾ ਤੇ ਨਾ ਠੰਡਕ ਦੇਣਾ, ਉਹਦਾ ਕੰਮ ਤਾਕਤ ਦੇਣਾ। ਇਸੇ ਤਰ੍ਹਾਂ ਗੁਰੂ ਕਰਤੇ ਨੇ ਇੱਕ ਆਪਣੀ ਜੋ ਕਲਾ, ਜੀਵਨ ਕਲਾ ਅਪਣਾਈ ਹੈ, ਜੋ ਸਾਡੇ ਸਾਰੇ ਬ੍ਰਹਮੰਡੀ ਪ੍ਰਸਾਰ 'ਚ ਇੱਕ ਸਮਾਨ ਹੈ। ਨਿੰਮ ਦੇ ਕੌੜੇ ਪੱਤੇ ਵੀ ਉਹਦੇ ਸਦਕੇ ਨੇ, ਤੇ ਗੁਲਾਬ ਦੀ ਖੁਸ਼ਬੂ ਤੇ ਅੰਬਾਂ ਦੀ ਮਿਠਾਸ ਸਭ ਉਹਦੇ ਸਦਕੇ ਹੈ। ਉਹ ਆਪੇ ਆਪ ਹੈ, ਹਰ ਥਾਂ 'ਤੇ ਆਪ ਹੈ, ਹਰ ਰੂਪ 'ਚ ਆਪ ਹੈ। ਪਰ ਫਿਰ ਅਸਾਂ ਕੀ ਕਰਨਾ ਹੈ? ਸਾਨੂੰ ਤਾਂ ਉਹਨੇ ਚੇਤਨਾ ਦਿੱਤੀ ਹੈ ਨਾ। ਸਾਡੇ ਤੋਂ ਛੋਟਾ ਬਾਕੀ ਜਿਤਨੇ ਜੀਵ ਜੰਤੂ ਤੇ ਬਨਸਪਤੀ ਹੈ, ਉਹਨੂੰ ਕਰਤੇ ਨੇ ਇਹ ਅਖਤਿਆਰ ਨਹੀਂ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਬਦਲਾਵ ਕਰੇ। ਬਨਸਪਤੀ ਵਿੱਚ ਕੋਈ ਅਖਤਿਆਰਾਤ ਨਹੀਂ ਹੈ। ਇੱਥੋਂ ਤੱਕ ਜੋ ਜੀਵ ਜੰਤੂ ਪਸ਼ੂ ਜਗਤ ਹੈ, ਉਹਨਾਂ ਦੇ ਵਿੱਚ ਵੀ ਕੋਈ ਅਖਤਿਆਰ ਨਹੀਂ ਗਾ। ਉਹਨਾਂ ਨੂੰ ਜੋ ਕੁਦਰਤੀ ਬਣਤਰ ਦਾ ਇੱਕ ਦਾਇਰਾ ਮਿਲਿਆ, ਉਹ ਸਦੀਆਂ ਤੋਂ ਉਸੇ ਦਾਇਰੇ ਦੇ ਵਿੱਚ ਹੀ ਚੱਲਦੇ ਆ ਰਹੇ ਨੇ, ਉੱਥੇ ਹੀ ਰਹਿਣਾ ਉਹਨਾਂ ਨੇ। ਜੇ ਹੁਣ ਤੋਤਾ ਹੈ ਤੇ ਉਹਨੇ ਮੋਰ ਥੋੜ੍ਹਾ ਬਣ ਜਾਣਾ, ਉਹ ਸਦਾ ਤੋਤਾ ਹੀ ਰਹਿਣਾ ਹੈ। ਪਰ ਸਾਡੇ ਕੋਲ ਇਹ ਜੁਗਤ ਹੈ, ਮਨੁੱਖ ਹੈ। ਮਨੁੱਖ ਸ਼ੇਰ ਵੀ ਬਣ ਜਾਂਦਾ ਹੈ, ਮਨੁੱਖ ਗਿੱਦੜ ਵੀ ਬਣ ਜਾਂਦਾ ਹੈ, ਮਨੁੱਖ ਲੋਮੜੀ ਵੀ ਬਣ ਜਾਂਦਾ ਹੈ, ਮਨੁੱਖ ਗਊ ਵੀ ਬਣ ਸਕਦਾ ਹੈ, ਮਨੁੱਖ ਹੰਸ ਵੀ ਬਣ ਸਕਦਾ ਹੈ। ਸਾਨੂੰ ਇਹ ਹੱਕ ਹੈ। ਅਸਾਂ ਆਪਣੇ ਅੰਦਰ ਦੇ ਚੀਜ਼ਾਂ ਨੂੰ, ਆਪਣੇ ਅੰਦਰ ਨੂੰ ਬਦਲ ਸਕਦੇ ਹਾਂ। ਬਾਕੀ ਉਹ ਉਹੀ ਰਹਿਣੇ ਨੇ ਸਭ ਕੁਝ। ਹਾਲਾਂਕਿ ਉਹਨਾਂ ਦੇ ਵਿੱਚ ਵੀ ਥੋੜ੍ਹੇ ਬਹੁਤੇ ਬਦਲਾਵ ਮਨੁੱਖ ਦੀ ਸੰਗਤ ਦੇ ਸਦਕੇ ਦੇਖਿਆ ਹੈ। ਗੁਰਬਾਣੀ 'ਚ ਦਾ ਜ਼ਿਕਰ ਵੀ ਹੈ ਕਿ ਜੇ ਕਿਸੇ ਮਨੁੱਖ ਦੀ ਸੰਗਤ ਵਿੱਚ ਪਸ਼ੂ ਆ ਜਾਣ ਤੇ ਪਸ਼ੂਆਂ ਦੇ ਸੁਭਾਅ ਦੇ ਵਿੱਚ ਵੀ ਬਦਲਾਵ ਦੇਖਣ 'ਚ ਆਉਂਦਾ ਹੈ, ਪਰ ਉਹਨਾਂ ਦੇ ਸਰੀਰਕ ਢਾਂਚੇ ਥੋੜ੍ਹਾ ਬਦਲਦੇ। ਬਿੱਲੀ ਬਿੱਲੀ ਹੈ, ਭਾਵੇਂ ਚੂਹੇ ਨੂੰ ਦੇਖ ਕੇ ਡਰ ਜਾਏ। ਇਸੇ ਤਰ੍ਹਾਂ ਅਸਾਂ ਦੇ ਅੰਦਰ ਸੁਭਾਅ ਵੀ ਬਦਲਣਾ। ਇੱਥੇ ਬੈਠ ਕੇ ਆਪਾਂ ਨੇ ਆਪਣੇ ਸੁਭਾਵਾਂ ਨੂੰ ਹੀ ਬਦਲਣਾ। ਅੱਜ ਉਹ ਪਿਛਲੇ ਦਿਨਾਂ 'ਚ ਲਗਾਤਾਰ ਖਾਲਸਾ ਦੀ ਗੱਲ ਹੁੰਦੀ ਰਹੀ ਹੈ। ਖਾਲਸਾ ਬੇਸਿਕਲੀ ਸੁਭਾਅ ਦਾ ਬਦਲਾਵ ਹੈ। ਇਹ ਲਿਬਾਸ ਦਾ ਬਦਲਾਵ ਨਹੀਂ ਗਾ, ਖਾਲਸਾ ਸੁਭਾਵਾਂ ਦਾ ਬਦਲਾਵ ਹੈ, ਸਾਡੇ ਸੋਚ ਦਾ ਬਦਲਾਵ ਹੈ। ਇੱਕ ਬਹੁਤ ਅਤ ਉੱਤਮ ਪ੍ਰਕਿਰਤੀ ਦੀ ਸੋਚ, ਜੋ ਅੱਜ ਤੱਕ ਦੀ ਮਨੁੱਖ ਮੰਡਲ ਵਿੱਚ ਸਭ ਤੋਂ ਉੱਤਮ ਤੇ ਨਿਰਮਲ ਅਗਰ ਸੋਚ ਦਾ ਕੋਈ ਮੁਕਾਮ ਹੈ ਤਾਂ ਖਾਲਸਾ ਹੈ। ਜਿਵੇਂ ਅਸੀਂ ਕਹਿੰਦੇ ਵਿਦਿਆ ਦੇ ਵਿੱਚ PhD ਸਭ ਤੋਂ ਉੱਚੀ ਡਿਗਰੀ ਹੋਏਗੀ ਭਾਈ। ਅਸੀਂ ਕਹਿੰਦੇ ਕਿ ਬੜੀ ਵੱਡੀ ਮਿਹਨਤ ਕੀਤੀ ਬੱਚੇ ਨੇ, ਦੇਖੋ ਜੀ ਪੜ੍ਹਦਿਆਂ PhD ਕਰ ਗਿਆ। ਆ ਡਾਕਟਰੀ ਮਹਿਕਮੇ 'ਚ ਪਹਿਲਾਂ ਕਹਿੰਦੇ ਸੀ, ਹੁਣ DM ਕਰਕੇ ਆਇਆ ਬੱਚਾ, ਬੜੀ ਮਿਹਨਤ ਕੀਤੀ। ਇਸੇ ਤਰ੍ਹਾਂ ਮਨੁੱਖੀ ਤਾਣੇ ਬਾਣੇ ਵਿੱਚ ਖਾਲਸਾ ਬਣ ਗਿਆ ਭਾਈ। ਇਹ ਖਾਲਸਾ ਬਣ ਗਿਆ। ਹੁਣ ਖਾਲਸਾ ਕਹਤਾ ਹੈ ਰੱਬ ਵਰਗਾ ਹੈ, ਖੁਦਾ ਵਰਗਾ ਹੈ। ਕਹੋ ਕਬੀਰ ਜਨ ਭਏ ਖਾਲਸੇ। ਜਿੰਨੇ ਵੀ ਭਗਤ ਜਨ ਨੇ, ਜਿੰਨੇ ਵੀ ਸੇਵਕ ਜਨ ਨੇ, ਜਿੰਨੇ ਵੀ ਸੰਤ ਜਨ ਨੇ, ਸਭ ਖਾਲਸੇ ਹੋ ਜਾਂਦੇ ਨੇ। ਸਮਾਂ ਸਭ ਨੂੰ ਲੱਗਦਾ ਹੈ। ਅਸੀਂ ਵੀ ਸੇਵਕ ਹਾਂ, ਸਿੱਖ ਹਾਂ, ਖਾਲਸੇ ਬਣਨਾ ਹੈ। ਸਾਡਾ ਡੈਸਟੀਨੇਸ਼ਨ ਸਭ ਦਾ ਖਾਲਸਾ ਹੀ ਹੈ। ਜਿਵੇਂ ਹਰ ਨਦੀ ਦੀ ਮੁਕਾਮ ਡੈਸਟੀਨੇਸ਼ਨ ਸਾਗਰ ਹੀ ਹੈ, ਉਹਨੇ ਸਾਗਰ 'ਚ ਹੀ ਜਾਣਾ ਹੈ। ਇਵੇਂ ਸਾਡਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਜੋ ਡੈਸਟੀਨੇਸ਼ਨ ਹੈ ਉਹ ਖਾਲਸਾ ਹੀ ਹੈ। ਅਸਾਂ ਖਾਲਸਾ ਬਣਨਾ ਹੈ। ਸਮਾਂ ਕਿੰਨਾ ਲਾ ਬੈਠਾਂਗੇ ਪਤਾ ਨਹੀਂ, ਕਿੰਨੀ ਛੇਤੀ ਹੋ ਜਾਏਗਾ ਵੀ ਪਤਾ ਨਹੀਂ, ਕਿਉਂਕਿ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ। ਉਹਨਾਂ ਰਾਹਾਂ 'ਤੇ ਜਦੋਂ ਅਸੀਂ ਤੁਰਦੇ ਹਾਂ, ਤੁਸੀਂ ਪਿੱਛੇ ਬਚਨ ਪੜ੍ਹੇ, ਅਨੇਕ ਜਨਮ ਵਿਛੜੇ ਦੁੱਖ ਪਾਏ, ਜਿੱਥੇ ਚੌਥੇ ਪਾਤਸ਼ਾਹ ਸਾਹਿਬ ਜੀ ਨੇ ਚੈਪਟਰ ਬਦਲਿਆ ਸੀ। ਜੇ ਆਪਾਂ ਇਸ ਨੂੰ ਪਕੜ ਸਕੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਜੋ ਪਾਵਨ ਸ਼ਬਦ ਨੇ, ਰਾਗਾਂ ਕਰਕੇ ਮਿਲੇ ਨੇ। ਰਾਗਾਂ ਦਾ ਇੱਕ ਆਪਣਾ ਸੁਭਾਅ ਹੈ। ਰਾਗਾਂ ਦੇ ਵਿੱਚ ਮਹਾਰਾਜ ਨੇ ਫਿਰ ਚੈਪਟਰ ਬਣਾਏ ਨੇ, ਅਲੱਗ-ਅਲੱਗ ਪਾਤਸ਼ਾਹ ਦੀ ਘਰ ਕਰਕੇ ਵੀ ਅਲੱਗ-ਅਲੱਗ ਬਣਤਰਾਂ ਦੇ ਸ਼ਬਦ ਸਾਨੂੰ। ਉਹ ਹਰ ਸ਼ਬਦ ਬਣਤਰ ਦਾ ਇੱਕ ਚੈਪਟਰ ਹੁੰਦਾ, ਇੱਕ ਵਿਸ਼ੇਸ਼ ਸਬਜੈਕਟ ਹੁੰਦਾ ਹੈ। ਇੱਕ ਸਬਜੈਕਟ ਨਾਲ ਮਿਲਦੇ ਜੁਲਦੇ ਸ਼ਬਦਾਂ ਦੀ ਇੱਕ ਚੇਨ ਬਣਾਈ ਜਾਂਦੀ ਹੈ। ਨਹੀਂ ਤਾਂ ਕਦੇ ਗੌਰ ਨਾਲ ਇਸ ਤਰ੍ਹਾਂ ਵੇਖਣਾ, ਮੰਨ ਲਓ 7 ਸ਼ਬਦ ਕਿਸੇ ਸੰਗ੍ਰਹਿ ਵਿੱਚ ਹੋਣ ਅਤੇ ਕਿਸੇ ਨੂੰ 1 ਨੰਬਰ ਮਿਲਿਆ ਨਾ, ਆਖਰ ਉਹਨੂੰ ਪਹਿਲੇ ਨੰਬਰ 'ਤੇ ਕਿਉਂ ਰੱਖਿਆ ਗਿਆ ਹੈ?
ਸਤਵੇਂ ਨੂੰ ਤਾਂ ਪਹਿਲੇ ਨੰਬਰ 'ਤੇ ਕੀਤਾ ਜਾ ਸਕਦਾ ਸੀ ਨਾ, ਸਾਡੇ ਵਰਗਾ ਕੋਈ ਲਿਖਦਾ ਚੱਲ ਜਿਹੜਾ ਹੱਥ ਆਇਆ ਲਿਖ ਦਈਏ, ਪਰ ਨਹੀਂ, ਉਹਨਾਂ 30 ਪੌੜੀਆਂ 20 ਪੌੜੀਆਂ ਦੀ ਵਾਰਾਂ ਲਿਖੀਆਂ ਨੇ, ਪਰ ਸਿਲਸਿਲਾ ਹੈ। ਜਦੋਂ ਅਸੀਂ ਉਸ ਸਿਲਸਿਲੇਵਾਰ ਵਿਚਾਰਨ ਦੀ ਕੋਸ਼ਿਸ਼ ਕਰਦੇ ਤਾਂ ਪਤਾ ਲੱਗਦਾ ਹੈ, ਜਿਵੇਂ ਆ ਛੱਤ ਦੀਆਂ ਪੌੜੀਆਂ ਹੁੰਦੀਆਂ ਨਾ, ਜਿਵੇਂ ਪਹਿਲੀ ਪੌੜੀ 'ਤੇ ਦੂਜੀ ਪੌੜੀ 'ਤੇ ਤੀਜੀ ਚੌਥੀ ਪੌੜੀ, ਹਰ ਚੜ੍ਹਦਿਆਂ ਛੱਤ ਮਿਲ ਜਾਂਦੀ ਹੈ। ਇਸੇ ਤਰ੍ਹਾਂ ਇਹ ਵਿਚਾਰਾਂ ਦੀਆਂ ਪੌੜੀਆਂ ਨੇ। ਵਿਚਾਰਾਂ ਦੀਆਂ ਪੌੜੀਆਂ 'ਤੇ ਚੜ੍ਹਦਿਆਂ ਕਿਸੇ ਮੁਕਾਮ 'ਤੇ ਲਿਜਾ ਕੇ ਮਹਾਰਾਜ ਛੱਡਦੇ ਨੇ, ਅਤੇ ਫਿਰ ਘਰ ਬਦਲ ਕੇ ਫਿਰ ਸ਼ੁਰੂਆਤ ਕਰਦੇ ਨੇ। ਘਰ ਇੱਕ ਅਵਸਥਾ ਹੁੰਦੀ ਹੈ, ਅਵਸਥਾ ਬਦਲ ਕੇ ਫਿਰ ਮਹਾਰਾਜ ਨਵੀਂ ਵਿਚਾਰ ਦਿੰਦੇ ਨੇ, ਉਹਦੇ 'ਚ ਥੋੜ੍ਹਾ ਜਿਹਾ ਚੇਂਜ ਆ ਜਾਂਦਾ ਹੈ। ਆਹ ਸ਼ਬਦ ਸੰਗ੍ਰਹਿ ਜੋ ਆਪਾਂ ਪੜ੍ਹ ਰਹੇ ਹਾਂ, ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਆਚਰ ਚਰੈ ਕਿ ਆਚਰ ਦਾ ਕਿਸ ਭਾਵ 'ਚ ਆਪਾਂ ਲੈਂਦੇ ਹਾਂ। ਇਤਨੇ ਸਾਲਾਂ ਤੋਂ ਆਪਾਂ ਇਸ ਪਾਵਨ ਬਚਨ ਨੂੰ ਸ਼੍ਰੀਮੁਖ ਵਾਕ ਦੇ ਰੂਪ 'ਚ ਪਤਾ ਨਹੀਂ ਕਿਤਨੀ ਵਾਰ ਪੜ੍ਹਿਆ ਹੋਣਾ। ਸਹਿਜ ਪਾਠ ਕਰਦਿਆਂ ਆਪ ਜੀ ਨੇ ਕਿਤਨੀ ਵਾਰ ਇਹ ਸ਼ਬਦ ਪੜ੍ਹਿਆ ਹੋਣਾ, ਪਰ ਇੱਕ ਪਹਿਲੀ ਤੁਕ ਨੂੰ ਸਮਝਦਿਆਂ ਉਮਰਾਂ ਲੱਗ ਜਾਂਦੀਆਂ ਨੇ। ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਅਸੀਂ ਕਹਿੰਦੇ ਅਸੀਂ ਤਾਂ ਸਾਰੇ ਬੁੱਧੀਮਾਨ ਹਾਂ, ਸਾਨੂੰ ਸਭ ਨੂੰ ਬੁੱਧੀ ਕੀ ਸਾਡੇ ਕੋਲ ਅਕਲ ਨਹੀਂ ਗੀ, ਅਸੀਂ ਤਾਂ ਅਕਲਮੰਦ ਹਾਂ, ਬੜੇ ਹੋਸ਼ਮੰਦ ਹਾਂ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਅਜੇ ਬੁੱਧੀ ਨਹੀਂ ਪ੍ਰਾਪਤ ਹੋਈ। ਬੁੱਧੀ ਕਦੋਂ ਮਿਲੇਗੀ? ਜਦੋਂ ਸਿੱਧੀ ਪਾਓਗੇ। ਸਿੱਧੀ ਸਾਡੇ ਕੋਲ ਕਿਹਦੇ ਕੋਲ ਹੈ? ਆਪਾਂ ਕਿਹੜੀਆਂ ਸਿੱਧੀਆਂ ਪ੍ਰਾਪਤ ਕੀ ਸਾਨੂੰ ਪਤਾ ਹੀ ਨਹੀਂ। ਇਸ ਕਰਕੇ ਠਹਿਰਾਂਗੇ ਤੇ ਪਤਾ ਲੱਗੇਗਾ। ਆਚਰ ਦੇ ਸਾਡੇ ਦਾਨਿਆਂ ਨੇ ਅਰਥ ਕਰਦਿਆਂ ਬਹੁਤ ਵੱਡਾ ਵਿਸਤਾਰ ਕੀਤਾ ਹੈ। ਜਿਤਨੇ ਸਾਡੇ ਵਡੇਰੇ ਦਾਨੇ ਟੀਕਾਕਾਰੀ ਦੇ ਮੰਡਲਾਂ 'ਚ ਹੋ ਗੁਜ਼ਰੇ ਨੇ, ਉਹਨਾਂ ਆਪਣੇ ਆਪਣੇ ਤਰੀਕਿਆਂ ਦੇ ਨਾਲ ਇਸ ਆਚਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸਾਰਿਆਂ ਦਾ ਇੱਕ ਭਾਵ ਇੱਕੋ ਹੀ ਹੈ, ਕਿਉਂਕਿ ਉਹ ਤਾਂ ਗੁਰੂ ਕਾ ਭਾਵ ਹੈ ਨਾ। ਆਚਰ ਕਹਿੰਦੇ ਨੇ ਜੋ ਅਜੇ ਤੱਕ ਨਹੀਂ ਚੱਲਿਆ, ਨਹੀਂ ਹੋਇਆ। ਕਿਸੇ ਨੇ ਕਿਹਾ ਜੀ ਜੋ ਅਜੇ ਤੱਕ ਨਹੀਂ ਖਾਧਾ ਗਿਆ ਉਹ ਖਾ ਲਿਆ, ਆਚਰ ਹੈ। ਜੋ ਕਿਸੇ ਨੇ ਕਿਹਾ ਜੋ ਅਜੇ ਤੱਕ ਨਹੀਂ ਚੱਲਿਆ ਉਹ ਚੱਲ ਗਏ, ਜੋ ਅਜੇ ਤੱਕ ਜੋ ਅਚਲ ਸੀ ਉਹ ਚਲਾਇਮਾਨ ਹੋ ਗਿਆ। 2-3 ਤਰੀਕੇ। ਜੋ ਅਜਿੱਤ ਮਨ ਸੀ ਉਹ ਮਨ ਜਿੱਤ ਲਿਆ। ਯਾਦ ਰੱਖਣਾ ਹੈ ਤੇ ਸਭ ਕੁਛ ਮਨ ਹੀ ਨਾ, ਮਨ ਹੀ ਅਜਿੱਤ ਹੈ, ਮਨ ਹੀ ਅਚਲ ਹੈ, ਮਨ ਹੀ ਕਿਸੇ ਤੋਂ ਪਕੜਿਆ ਨਹੀਂ ਜਾਂਦਾ, ਮਨ ਹੀ ਕਿਸੇ ਤੋਂ ਖਾਧਾ ਨਹੀਂ ਜਾਂਦਾ। ਪਰ ਆਖਰ ਦੇ ਨਾਲ ਹੋਰ ਵੀ ਤੇ ਬਹੁਤ ਕੁਝ ਮਿਲ ਜਾਂਦਾ ਹੈ। ਔਰ ਇਹ ਤਦ ਹੀ ਪਤਾ ਲੱਗੇਗਾ ਜੇ ਅਸੀਂ ਪਿਛਲੇ 3 ਸ਼ਬਦਾਂ ਨੂੰ ਗਹਿਰੇ ਪਕੜ ਪਾਵਾਂਗੇ ਵੀ ਭਾਈ ਇਹ ਇਸ ਆਚਰ ਨੂੰ ਚਲਾਉਣ ਵਾਸਤੇ ਹੋਇਆ ਕੀ ਹੈ। ਅਨੇਕ ਜਨਮ ਵਿਛੜੇ, ਅਨੇਕਾਂ ਜਨਮਾਂ ਤੋਂ ਵਿਛੜੇ ਸਾਂ। ਤੇ ਵਿਛੜੇ ਕਿਉਂ ਸਾਂ? ਕਿਉਂਕਿ ਇਹ ਆਚਰ ਹੋ ਗਿਆ। ਜਿਸਨੇ ਚੱਲ ਕੇ ਕਿਤੇ ਜਾਣਾ ਸੀ ਉਹ ਅਚਲ ਹੋ ਗਿਆ ਹੈ, ਉਹ ਟਿਕ ਗਿਆ ਹੈ, ਉਹ ਯਾਤਰਾ ਉਹਦੀ ਸਥਿਰ ਹੋ ਗਈ। ਯਾਦ ਰੱਖਣਾ ਸਾਡੀ ਸਰੀਰਕ ਯਾਤਰਾ ਤਾਂ ਚੱਲ ਰਹੀ ਹੈ, ਬਚਪਨ ਸੀ, ਜਵਾਨ ਹੋਏ, ਬੁੱਢੇ ਹੋ ਗਏ, ਪਰ ਕਦੇ ਗੌਰ ਨਾਲ ਵੇਖਣਾ ਸਾਡੀ ਚੇਤਨਾ ਦੀ ਯਾਤਰਾ ਚੱਲੀ ਕਿ ਨਹੀਂ ਚੱਲੀ, ਜੀਵ ਦੀ ਯਾਤਰਾ ਹੋਈ ਕਿ ਨਹੀਂ ਹੋਈ। ਉਹ ਜੀਵ ਕਿਤੇ ਜੜ ਹੋ ਗਿਆ ਹੈ, ਕਿਤੇ ਅਟਕ ਗਿਆ ਹੈ, ਕਿਸੇ ਦਲਦਲ 'ਚ ਫਸ ਗਿਆ ਹੈ। ਉਹ ਆਚਰ ਹੈ ਜੋ ਕਈਆਂ ਜਨਮਾਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਜੀ ਅਗਲੀ ਯਾਤਰਾ 'ਤੇ ਨਹੀਂ ਜਾ ਪਾ ਰਿਹਾ। ਸਰੀਰ ਬਦਲੀ ਜਾ ਰਹੇ ਨੇ, ਸਰੀਰ ਬਦਲੀ ਜਾ ਰਹੇ, ਬਾਰ-ਬਾਰ ਬਦਲ ਰਹੇ ਹਾਂ, ਪਰ ਕੀ ਕਰੀਏ, ਉਹ ਤੁਰਦਾ ਹੀ ਨਹੀਂ, ਭਾਰਾ ਹੋ ਗਿਆ। ਉਹ ਚਲਦਿਆਂ ਭਾਗਾਂ ਦੇ ਸਦਕੇ ਗੁਰੂ ਮਿਲੇ। ਆ ਪਿਛਲੇ ਸ਼ਬਦਾਂ 'ਚ ਆਪਨੇ ਪੜ੍ਹਿਆ, ਅਨੇਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ। ਇਹ ਕਰਮ ਕਰਤੇ ਅਹੰਕਾਰ ਦੇ ਕੀਤੇ ਤੇ ਅਹੰਕਾਰ ਦੇ ਭਾਰ ਸਦਕੇ ਜੋ ਜੀਵਨ ਚੇਤਨ ਸੱਤਾ ਸੀ ਉਹ ਅਚਲ ਟਿਕ ਗਈ, ਉਹਦੀ ਯਾਤਰਾ ਸਥਿਰ ਹੋ ਗਈ। ਉਹ ਯਾਤਰਾ ਸਥਿਰ ਦਾ ਮਤਲਬ ਹੋ ਗਿਆ ਕਿ ਇਹ ਕਿਸੇ ਦਲਦਲ ਵਿੱਚ, ਕਿਸੇ ਭਰਮ ਚੱਕਰ ਵਿੱਚ ਜੜਤਾ ਪ੍ਰਾਪਤ ਹੋ ਗਈ। ਹੁਣ ਜਿਵੇਂ ਅਸੀਂ ਕਦੇ ਵੇਖਦੇ ਨਾ, ਆ ਖੇਤਾਂ 'ਚ ਕੰਮ ਕਰਦੇ ਜਿਨ ਬਜ਼ੁਰਗਾਂ ਨੂੰ ਪਤਾ ਹੋਏਗਾ, ਕਈ ਵਾਰ ਗੱਡੀਆਂ ਤੇ ਟਰਾਲੀਆਂ ਤੇ ਲੋਕ ਭਾਰ ਬਹੁਤਾ ਲੱਦ ਲੈਂਦੇ ਨੇ ਤੇ ਥੱਲੇ ਜ਼ਮੀਨ ਪੋਲੀ ਹੋਵੇ ਤੇ ਫਸ ਜਾਂਦੇ ਨੇ। ਹੁਣ ਲਾਉਂਦੇ ਰਹੋ ਜ਼ੋਰ, ਕੁਛ ਨਹੀਂ ਬਣਦਾ। ਆ ਲੋਕ ਤੇ ਟਰੈਕਟਰ ਟਰਾਲੀ ਹੁੱਕਾਂ ਤੋੜ ਬਹਿੰਦੇ ਨੇ, ਨੁਕਸਾਨ ਹੋ ਜਾਂਦਾ। ਪਰ ਉਹ ਪਹੀਆ ਜਾਮ ਤੇ ਜਾਮ ਹੀ ਹੈ, ਉਹ ਨਹੀਂ ਹਿਲਦਾ। ਉਹ ਕਦੋਂ ਹਿਲੇਗਾ? ਜਦੋਂ ਸਾਰਾ ਭਾਰ ਉਹਦਾ ਪਹਿਲਾਂ ਲਾਉਣਗੇ,
ਲੋਡ ਖਾਲੀ ਕਰਨਗੇ, ਫਿਰ ਕਿਤੇ ਪਹੀਆ ਨਿਕਲੇਗਾ। ਖਿੱਚਣ ਧੂਣ ਦੇ ਨਾਲ ਕਈ ਵਾਰ ਪਹੀਏ ਨਹੀਂ ਨਿਕਲਦੇ। ਜਦੋਂ ਚਿਪਕ ਜਾਂਦੇ, ਚਿੱਕੜ ਜੰਮ ਜਾਂਦਾ ਨਾ, ਫਿਰ ਖਿੱਚ ਧੂ ਨਾਲ ਕੁਝ ਨਹੀਂ ਬਣਦਾ, ਨੁਕਸਾਨ ਹੀ ਹੁੰਦਾ ਹੈ। ਫਿਰ ਸਿਆਣੇ ਕੀ ਕਰਦੇ ਨੇ, ਕੋਈ ਦੂਜੀ ਗੱਡੀ ਲਾ ਕੇ ਨਾਲ ਖਾਲੀ ਕਰਦੇ ਨੇ, ਤਦ ਫਿਰ ਕਿਤੇ ਜਾ ਕੇ ਉਸ ਗੱਡੇ ਨੂੰ ਕੱਢਿਆ ਜਾਂਦਾ। ਇਸੇ ਤਰ੍ਹਾਂ ਸਾਡੇ ਜੀਵਨ ਦੀ ਗੱਡੀ ਜਿਹੜੀ ਹੈ ਨਾ, ਗੁਰਬਾਣੀ 'ਚ ਬਹੁਤ ਬਾਰੀਕ ਸੰਕਲਪ ਹੈ, ਸ਼ਾਇਦ ਆਪਨੇ ਪੜ੍ਹਿਆ ਹੋਵੇ। ਕਦੇ ਕਦੇ ਸੜਕਾਂ 'ਤੇ ਆਪਾਂ ਵੇਖੇ ਨਾ, ਟਰੱਕਾਂ ਦੇ ਐਕਸਲ ਟੁੱਟੇ ਹੁੰਦੇ ਅਤੇ ਮੂੰਹ ਪਰਨੇ ਵਿਚਾਰੇ ਪਏ ਹੁੰਦੇ ਨੇ। ਵਿੱਚ ਟਾਇਰ ਟੂਰ ਠੀਕ ਹੈ, ਇੰਜਨ ਠੀਕ ਹੈ, ਬਾਡੀ ਠੀਕ ਹੈ, ਪਰ ਐਕਸਲ ਟੁੱਟ ਗਿਆ। ਐਕਸਲ ਟੁੱਟਣ ਦੇ ਨਾਲ ਹੁਣ ਸਾਰੀ ਕਾਰਵਾਈ ਬੰਦ ਹੈ। ਪੁਰਾਣੇ ਗੱਡਿਆਂ 'ਚ ਇੱਕ ਸ਼ਬਦ ਆਉਂਦਾ ਸੀ, ਧਰ। ਜੋ ਦੋ ਪਹੀਆਂ ਦੇ ਵਿਚਕਾਰ ਇੱਕ ਲੋਹੇ ਦੀ ਰਾਡ ਹੁੰਦੀ ਸੀ, ਜਿੱਤੇ ਸਾਰਾ ਬੋਝ ਟਿਕਿਆ, ਜਿੱਤੇ ਗੱਡੇ ਦਾ ਭਾਰ ਵੀ ਜਿੱਤੇ ਟਿਕਿਆ ਹੋਣਾ ਅਤੇ ਪਹੀਏ ਵੀ ਜਿੱਤੇ ਟਿਕੇ ਹੋਣੇ, ਉਹ ਧਰ ਕਹਿੰਦੇ ਸੀ। ਅਤੇ ਜੇ ਕਿਸੇ ਕਾਰਨ ਗੱਡੇ ਦਾ ਪਹੀਆ ਟੁੱਟ ਗਿਆ ਤਾਂ ਕੋਈ ਗੱਲ ਨਹੀਂ, ਪਹੀਆ ਬਦਲ ਲਾਂਗੇ, ਸੌਖਾ ਕੰਮ ਸੀ। ਸੱਜੇ ਖੱਬੇ ਕੁਝ ਹੋਰ ਛੋਟਾ ਮੋਟਾ ਪੁਰਜਾ ਟੁੱਟ ਗਿਆ ਅਤੇ ਬਦਲ ਲਾਂਗੇ, ਸੌਖਾ। ਅਤੇ ਜੇ ਭਾਈ ਗੱਡੇ ਦੀ ਧਰ ਟੁੱਟ ਜਾਏ ਤਾਂ ਫਿਰ ਕੀ ਕਰੋਗੇ, ਗੱਡਾ ਡਿੱਗ ਪੈਂਦਾ। ਪਾਵਰ ਪੁਆਇੰਟ, ਧਰ ਟੂਟੀ ਗਾਡੋ ਸਿਰ ਭਾਰ। ਜੀਵਨ ਦੀ ਧਾਰ ਹੀ ਟੁੱਟ ਗਈ ਹੈ ਅਤੇ ਗੱਡਾ ਸਿਰ ਪਰਨੇ ਪਿਆ ਹੋਇਆ। ਬਲਦ ਬੜੇ ਵਧੀਆ ਹੋਣ, ਪਹੀਏ ਬੜੇ ਵਧੀਆ ਹੋਣ, ਬਾਹਰੋਂ ਲਿਸ਼ਕਦਾ ਪੁਸ਼ਕਦਾ ਗੱਡਾ ਹੈ, ਪਰ ਧਰ ਟੁੱਟੀ ਹੋਈ ਹੈ, ਧੁਰਾ ਟੁੱਟ ਗਿਆ। ਬਾਕੀ ਸਾਰਾ ਇੰਤਜ਼ਾਮ ਬੜਾ ਵਧੀਆ ਹੈ, ਪਰ ਗੱਡੀ ਦਾ ਧੁਰਾ ਹੈ ਨਹੀਂ। ਇਸੇ ਤਰ੍ਹਾਂ ਉਹ ਧਰ ਟੁੱਟ ਗਈ ਹੈ। ਸਾਡੇ ਜੀਵਨ ਦੀ ਵੀ ਉਹ ਧਰ ਟੁੱਟ ਗਈ ਹੈ। ਨਤੀਜਨ ਗੱਡਾ ਜੀਵਨ ਦਾ ਉੱਥੇ ਖੜਾ ਪਿਆ। ਅਸੀਂ ਬਿਨਾਂ ਧਰ ਜੋੜਨ ਤੋਂ ਹੋਰ ਕੋਸ਼ਿਸ਼ ਕਰ ਰਹੇ ਹਾਂ। ਕਦੇ ਪਹੀਆ ਬਦਲਤਾ, ਕਦੇ ਬਲਦ ਬਦਲ ਰਹੇ ਹਾਂ, ਕਦੇ ਸਾਜੋ ਸਮਾਨ ਬਦਲ ਰਹੇ ਹਾਂ। ਅਤੇ ਧਰ ਉਦੋਂ ਬਦਲੀ ਜਾਂਦੀ ਹੈ ਜਦੋਂ ਪਹਿਲਾਂ ਗੱਡੇ ਦਾ ਭਾਰ ਖਾਲੀ ਕਰੋਗੇ, ਫਿਰ ਧਰ ਨਵੀਂ ਪਵੇਗੀ। ਜੀਵਨ ਦੇ ਗੱਡੇ ਦੇ ਵਿੱਚ ਹੰਕਾਰ ਦਾ ਭਾਰ ਇੰਨਾ ਚੜ੍ਹ ਗਿਆ ਹੈ ਕਿ ਧਰ ਟੁੱਟ ਗਈ ਹੈ। ਜਿਹਨੂੰ ਕਹਿੰਦੇ ਨੇ ਕਰਮ ਕਰੇ ਹੰਕਾਰ, ਉਹ ਹੁਣ ਚੱਲਦਾ ਹੀ ਨਹੀਂ। ਜੋ ਇਹਦੇ ਕਰਕੇ ਹੌਲੀ ਹੌਲੀ ਸ਼ਬਦ ਪਿੱਛੇ ਆਪਣੇ ਪਿੱਛੇ ਵਾਚੇ ਹੋਣੇ ਆ। ਪਿਛਲੇ ਸ਼ਬਦ ਦਾ ਜ਼ਿਕਰ ਅਸੀਂ, ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ। ਜਦੋਂ ਗੁਰੂ ਮਿਲੇ, ਗੁਰੂ ਨੇ ਗੁਰੂ ਪਰਮਾਤਮਾ ਮਿਲਾਇਆ। ਇਹ ਵਿਧਾਨ ਹੈ ਸਾਡੇ ਘਰ ਦਾ। ਗੁਰੂ ਨਾਨਕ ਜੀ ਦੇ ਘਰ ਦਾ ਵਿਧਾਨ ਹੈ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਅਤੇ ਗੁਰੂ ਮਿਲਦੇ ਨੇ, ਗੁਰੂ ਕਿਰਪਾ ਕਰਦੇ ਨੇ ਅਤੇ ਪ੍ਰਭੂ ਮਿਲਦੇ ਨੇ। ਪੁਰਖ ਹੈ ਪੁਰਖ ਪਾਇਆ। ਗੁਰਦੇਵ ਦੀ ਕਿਰਪਾ ਹੋਈ ਅਤੇ ਪਰਮਾਤਮਾ ਅਕਾਲ ਪੁਰਖ ਮਿਲੇ। ਬਿਨਾਂ ਗੁਰਦੇਵ ਦੀ ਕਿਰਪਾ ਦੇ ਅਕਾਲ ਪੁਰਖ ਨਹੀਂ ਮਿਲਦੇ। ਗੱਡਾ ਤੋੜ ਕੇ ਕੋਈ ਬੈਠਾ ਸੀ, ਕੋਈ ਸਿਆਣਾ ਮਨੁੱਖ ਮਿਲਿਆ, ਉਹਨੇ ਕਿਹਾ ਖਾਲੀ ਕਰ ਅਤੇ ਫਿਰ ਧਾਰ ਬਦਲਾਂਗੇ, ਅਤੇ ਫਿਰ ਗੱਡਾ ਲੈ ਕੇ ਤੁਰ ਪਈ। ਇਸ ਨੇ ਸੁਣ ਲਿਆ, ਸਮਝ ਲਿਆ। ਹੌਲੀ ਹੌਲੀ ਅੱਜ ਨੂੰ ਦੂਸਰੇ ਸ਼ਬਦ 'ਚ ਆਪਣੇ ਵਾਚਿਆ ਹੋਣਾ ਹੈ, ਹਰਸ ਪ੍ਰੀਤ ਅੰਤਰ ਮਨ ਵੇਦਿਆ, ਹਰ ਬਿਨ ਰਹਿ ਨਾ ਜਾਈ। ਪ੍ਰੀਤ ਪੈਦਾ ਹੋਈ, ਗੁਰੂ ਮਿਲੇ, ਪ੍ਰੇਮ ਸਮਝ ਆਇਆ, ਅਤੇ ਪ੍ਰੀਤ ਪ੍ਰੇਮ ਵਾਲਾ ਵਿਅਕਤੀ ਹੰਕਾਰ ਤੋਂ ਖਾਲੀ ਹੋ ਜਾਂਦਾ ਹੈ। ਪ੍ਰੀਤ ਪੈਦਾ ਹੀ ਉਦੋਂ ਹੁੰਦੀ ਹੈ ਜਦੋਂ ਹੰਕਾਰ ਤੋਂ ਖਾਲੀ ਹੋ ਜਾਏ। ਹੰਕਾਰੀ ਵਿਅਕਤੀ ਮੋਹ ਕਰ ਸਕਦਾ ਜੇ ਪ੍ਰੀਤ ਨਹੀਂ ਜੇ ਕਰ ਸਕਦਾ। ਜਦੋਂ ਸਮਝ ਆਉਂਦੀ ਗੁਰੂ ਮਿਲਦੇ ਨੇ ਤਾਂ ਇਹ ਜੀਵਨ ਦੀ ਕਲਾ ਵਰਤੀ, ਜਿਹਨੂੰ ਕਹਿੰਦੇ ਆਚਰ ਚਰੈ। ਜੋ ਨਹੀਂ ਸੀ ਚੱਲ ਰਿਹਾ ਉਹ ਹੁਣ ਚੱਲ ਪਿਆ ਜੇ, ਜੋ ਨਹੀਂ ਸੀ ਚੁੱਕਿਆ ਗਿਆ ਹੁਣ ਚੁੱਕ ਲਿਆ ਜੇ, ਜੋ ਨਹੀਂ ਸੀ ਅਲੱਗ-ਅਲੱਗ ਟੀਕਾ ਕਰਨੀ ਜ਼ਰੂਰਤ ਕੀਤੀ, ਜੋ ਨਹੀਂ ਸੀ ਖਾਧਾ ਗਿਆ ਹੁਣ ਖਾ ਲਿਆ ਜੇ, ਜੋ ਨਹੀਂ ਸੀ ਜਿੱਤਿਆ ਗਿਆ ਹੁਣ ਜਿੱਤ ਲਿਆ ਜੇ। ਪਰ ਜੋ ਕੰਮ ਤੁਹਾਥੋਂ ਇੰਨੇ ਜਨਮਾਂ ਵਿੱਚ ਨਹੀਂ ਸੀ ਹੋ ਪਾਇਆ, ਹੁਣ ਗੁਰੂ ਦੀ ਕਿਰਪਾ ਦੇ ਨਾਲ ਹੋ ਗਿਆ ਜੀ। ਹੁਣ ਗੁਰੂ ਮਿਲ ਗਏ ਨੇ ਨਾ, ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ, ਅਤੇ ਹੁਣ ਪ੍ਰੀਤ ਲੱਗ ਗਈ ਹੈ, ਹੁਣ ਇਹ ਕੰਮ ਹੋ ਗਿਆ ਜੇ। ਇਹ ਪ੍ਰੀਤ ਦੀ ਡੋਰ ਜੁੜ ਗਈ ਜੇ। ਆ ਚਰ ਚਰੈ, ਹੁਣ ਇਹ ਚੱਲ ਪਿਆ ਜੇ। ਚਰੈ ਦਾ ਮਤਲਬ ਅਸੀਂ ਸਧਾਰਨ ਸਮਝਣਾ ਹੋਵੇ, ਜੋ ਅਚਲ ਸੀ, ਜੋ ਨਹੀਂ ਸੀ ਚੱਲਦਾ, ਚੱਲ ਪਿਆ। ਹੁਣ ਇਹ ਆਪਣੇ ਕਰਤੇ ਵੱਲ ਚੱਲ ਪਿਆ ਜੇ। ਜਿਹਨੂੰ ਬੜੇ ਪਿਆਰ ਨਾਲ ਪੜ੍ਹਦੇ ਹੋ, ਚੱਲ ਚੱਲ ਰੇ ਬੈਕੁੰਠ ਤੁਝੈ ਲੈ ਤਾਰਾਂ। ਹੁਣ ਅੜਿਆ ਸੀ ਕਈਆਂ ਸਾਲਾਂ ਤੋਂ, ਕਈਆਂ ਜਨਮਾਂ ਤੋਂ, ਇਹ ਅੜ ਕੇ ਬਹਿ ਗਿਆ ਸੀ, ਅੜ ਗਿਆ ਸੀ, ਟੁੱਟ ਗਿਆ ਸੀ, ਹੁਣ ਚੱਲ ਪਿਆ ਜੇ। ਹੁਣ ਆ ਚਰ ਸੀ, ਇਹ ਚਰ ਹੈ, ਚੱਲ ਪਿਆ। ਫਿਰ ਕੀ ਹੋਇਆ ਜੀ? ਜਦੋਂ ਚੱਲ ਪਿਆ ਤੇ ਫਿਰ ਕੀ ਮਿਲਿਆ? ਸਿੱਧ ਹੋਈ, ਸਫਲਤਾ ਸ਼ੁਰੂ ਹੋ ਗਈ। ਜੀਵਨ ਦੀ ਸਫਲਤਾ ਕਾਹਦੇ ਵਿੱਚ ਹੈ?
असां तुसां ने सफलता के कई पैमाने बनाए ने, क्योंकि जिस भी पद्धर ते आपां काम करते हाँ, काम करना मतलब कि ये नहीं कि रोजी रोटी काम कर, मेहनत मशक्कत विचार करते हैं। कदे कदे प्रोफैसरी लाइन च कहते ना लोग प्रोजैक्टां ते काम करने, कोई किसी भी किताब ते काम करता है, कोई किसी विषय ते सर्च कर रहा है। असीं किते कदे कोशिश करिए रोजी रोटी कमाण तो अलावा कदे असीं अपने मन ते भी कोई काम कीता है? रोजी रोटी तो सारे को कमाते ही नहीं भाई, कमानी भी जरूरी भी है, पर की अपने बारे भी कदे सोचे कि साड़ी सफलता की है? असीं तो समझा कि हाँ बच्चे काम करन लग पे, जॉब लग गए, वधिया व्यापार वधिया जी सफलता है। तरक्की कर गया, 10 ਦੇ 20 कमाण लग पिया सी कि सफलता। असीं सफलता का पैमाना धन कमाण तक, संसार के स्टेटस तक रख लिया। जिस भी खेत्र च काम करता सी तरक्की कर गया, असीं क्या सफलता हो गई, सिद्धि मिल गई। पर यही गल तो गुरु नानक के दरबार च आपां करते ही नहीं, वो तो सुभावक हो रहा है तो होना भी है। इत्थे है जदों ये चेतन पक्ष जो जीव यात्रा नहीं सी कर पा रहा चलिया आचार चरै तां सिद्धि हुई। सिद्धि का मतलब सफलता है। तां समझो सफलता मिली जदों तुसीं जिथे किते सदियां तो जन्मां तो अड़े पए सां, उतों 2 कदम अपने गुरु करते वल तुर पए, यात्रा की सफलता आरंभ हो गई। मान लो असीं 100 मील यात्रा करनी सी, 5 मील ते साडा गड्ढा टुट गया, उमरां लंघ गईयां, जन्म लंघ गए, उत्थे बैठे आ। हुण किते कोई सियाणे गुरु मिले, उन्हां कहा भी धर बदल, ते धर बदलण वास्ते पहलां खाली कर डब्बा दिमाग दा, अहंकार दा डब्बा खाली कीता, प्रेम दी धर च पई ते थोड़ा बहुता तुरे, हुण सफलता मिल गई। तां सिद्ध होई। जदों सिद्ध होई सब फिर की होया? सिद्धि ते सफलता तो बुद्ध पाई, फिर बुद्धि प्राप्त हुई। याद रखना, असीं सोचते कि असीं किताबां पढ़ियां ने, बड़े बुद्धिमान, साढ़े च एक फील्ड है ना बुद्धिजीवी, जिन्हें ज़्यादा किताबां पढ़ लियां वो तो बुद्धिजीवी। पर चेता रखना गुरु नानक के दर्शन विच ये बुद्धिजीवी इन्हां दी वैल्यू नहीं है। ये नहीं कि असीं उन्हां दी मना करते हैं। जिथे आपां बैठे हाँ इत्थे आपां बुद्धि का शुद्धिकरण करते हुंदे आ। करते ने साडे अंदर जो 4-5 चीज़ां पाईयां ने, उन्हां दे 2-2 पक्ष ने, एक संसारी है एक निरंकारी है। संसारी पक्ष की सारी जोड़ तोड़ गुणा घटाओ व्याख्यावां असीं स्कूलों कालजां सियाणे बजुर्गों की संगतां च बह के कर लैने आ। बड़े इंस्टीट्यूट साडे कोल ने जो सानू इस बारे चर्चा करते हैं, मत देंदे ने। पर इत्थे बैठ के सुरत, मत, मन अते बुद्ध की गल की जाती है। इत्थे नहीं कि तुसीं बुद्धि बहुत सियाणे नहीं, इत्थे बुद्धि घड़ी जाती है। यह आप पढ़ते हैं तिथे घड़ी है, बुद्धि घड़ी जाती है। घड़न का मतलब की है? सारे जानते हैं कि असीं आ बुत घाड़ियां नूं वेखिया होना, पत्थर की शिला, कुछ पत्थर लैके आउंदे ने, बुत बना लेंदे, बड़ा सुंदर खूबसूरत बुत मूर्ति बना देंदे ने। लकड़ के कारीगर ने वेखी दे बाजार चों वड्डे वड्डे मोछे लकड़ के लैके आउंदे ने, कुछ दिनों बाद सुंदर फर्नीचर बना के साडे घर रख देंदे ने, सुंदर खिड़कियां दरवाजे लगा देंदे ने। चलो ये तो मोटे मोटे काम ने, असां वेखे है बिना जोड़ लगाया अजकल वेखे लकड़ के ऐसे ऐसे बेहतरीन डिज़ाइन लोग बनाते हैं, बुत बनाते हैं बिना कारी, वो घड़ वो मूर्ति घड़ बेसिकली घाड़ते हैं जो एक बुत नूं एक डिज़ाइन नूं घड़न वास्ते जिन्हां दे कई कई साल महीनों की मेहनत लगती है, और निके 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 औजार उन्हां कोल होंदे ने, वो असलीयत तो घाड़त करते हैं। इत्थे बैठ के भी साडे अंदर की घाड़त घड़ी जाती है। जिथे घड़ी है पढ़ते ना कई थां ते पिछे अपने वडहंस गुरु ने साड़ी घाड़त घड़ी है। तो घाड़त घड़ी कादी घाड़त घड़ी? शरीर की तो घड़ी कोई नहीं इत्थे, आपां इत्थे शरीर की तो घाड़त नहीं घड़ते ना, इत्थे साडे अंदर की घाड़त घड़ी जाती है। साड़ी सुरत जिहदे बारे आपां गल्लां ही बहुत घट करते हैं, इत्थे सुरत की टिकाओ की गल की जाती है। इत्थे सुरत की घाड़त घड़न की गल की जाती है। आपां इत्थे सुरत घड़नी है, जो बिखरी पई सुरत है उन्हें काट छांट करके जो दुनिया पर ते विकार विचार प्रभाव ने वो कट के ला देने ने,
तो फिर आप सुरत नूं उच्चा उठाना हल्का। इस तरह सुरत है, मत है, मन है, तो चौथे पड़ाव ते बुद्ध है, क्योंकि अज बुद्ध की गल है। जदों सफलता मिलती है असीं बड़ी तारीफ करें, फलाना बंदा बड़ा बुद्धिमान है जो सफल हो गया। महाराज कहने लगे असल बुद्धिमान तो वह है जो रब वाल तुर पवे। साढ़े च बुद्धिमानता वो है जो असीं पैसे वाल तुर पे हैं। ठीक है, संसार की बुद्धिमानता चंगी है, पर असल बुद्धिमानता वो है जो घर परिवार संसार के कार विहार नूं करे, धन भी कमावे, अपने परिवारक संसारक जो कार विहार ने करे, पर अल्टीमेट उहदी यात्रा गुरु करते वल भी होंदी होवे। ऐसा ना होवे कि इन्हां कार विहार नूं करदे गुरु वल पिठ हो जाए, दिशा ही भटक जाए। सियाणा व्यक्ति कदे अपनी दिशा नहीं भटकता, सियाणा व्यक्ति कदे वेवर नहीं करता। माचा कह लगे जो सफलता मिलती है तो तां समझो बुद्ध पाई। बड़ा बड़ा बचन है कि अपने राग आसा च पढ़े, बुद्ध प्रगास भई। जदों गुरु मिलते ने ना तो फिर बुद्धि च प्रकाश होता है। बुद्ध प्रकाश भई, फिर उदों मत पूरी होती है। जिन्ना चिर ये सिद्धि वाली बुद्ध प्रकाश नहीं होंदी उन्ना चिर मत पूरी नहीं, उन्ना चिर मेरी मत थोड़ी है। असी पढ़ते हैं तू समर्थ वड्डा मेरी मत थोड़ी राम। उन्ना चिर साडी मत होछी है, साडी मत थोड़ी है। उन्ना चिर ये मन दे नाल जुड़ी हुई मत है। पर जदों सफलतावां प्राप्त ते घाड़त घड़ी जाती है, इस घड़ी हुई घाड़त के सदके बुद्धि च प्रकाश हुंदा है गुरु की कृपा का, गुरु के ज्ञान का, तो फिर मत पूरी होंदी। बुद्ध प्रकाश भई मत पूरी। बाबा कबीर साहब इसनूं अपने अंदाज कहने मैं अपने गुरु को आया, मेरे गुरु ने मैनूं कृपा की, मेरे गुरु ने मेरे सिर ते हथ रखिया तो की दिता जे। आपां भी कहने गुरु महाराज ने कृपा की दिता जे। गुरु सामान तो देंदे ही नहीं। कदे कदाई साखी च सुनिया भी गुरु महाराज ने किसी ते बड़ा ही मौज आई होवे ते कोई सामान कदे किसी मिष्टान दिता होवे, पदार्थ नहीं, तो गुरु महाराज जिदा वस्तु दिसन वाली वस्तु कदे गुरु महाराज नहीं देंदे। ठीक है, कदे कदाई किसी को अपने कमर कसे चो कोई शोस्तार शस्त्र देता, कदे किसी को तीर बख्श दिता होएगा, किसी ने हुक्मनामा लिख दिता होएगा, लेकिन सिख तो बेअंत आउंदे ने ना। अक्सर सिखां नूं की मिलता है, सिखां नूं मिलता उन्होंने गुरु का प्रकाश, गुरु की बख्श। कबीर साहब कहने लगे मैं अपने गुरु को कहे कह कबीर बुद्ध हिर लई मेरी। मैं गुरुदेव दे कोल गया, मेरे गुरुदेव ने सब तो पहले मेरे बुद्धि ले ली, बुद्ध हिर लई, बुद्धि ले ली, मेरा मेरा डब्बा खाली करता। फिर की होया, जो सिर चकिया बुद्ध बदली, उन्हें बुद्धि बदल के पा दी। जिहड़ी बुद्धि विकारां नाल भरी पई सी, जिस बुद्धि विच निंदा चुगली ईर्खा द्वेष सीगा, वो बुद्धि बदल दी। जो असीं कहने आ बाबा बिधि चंद साहब जी है तो बड़े बुद्धिमान सन। बुद्धिमान व्यक्ति चोरी कर सकता, मूर्ख बंदा कितने चोरी करेगा। बुद्धिमान व्यक्ति ही दुनिया भर दे कलेश पाउंदा ना। बड़े बुद्धिमान सन, अपने जुगतां लगा के काम करते सन। पर जदों गुरु प्यारिਆਂ की संगत मिली तो बुद्ध बदली गई ना। हुण उही बुद्धि गुरु की सेवा च काम करती। बुद्ध बदली, हुण की है कहण लगे सिद्ध पाई, सफलता मिल गई। सफलता का पैमाना यह है विचार बदल जाए। तो बुद्धि चूंकि विचारक मंडल है, साड़ी भी सफलता उदों समझिए जदों साडे विचार बदल जाण, जिवें खालसा बन जाइए। बुद्धि का सफलता साड़ी उदों है जदों असीं निंदा चुगली ईर्खा द्वेष छड्ड दईए, जदों मान मोह मेर तेर विवर्जित हो जाए तो असीं गुरु के हो जाइए, गुरु के अनुसार सोचन लग पईए, गुरु के अनुसार जीवन लग पईए। साडे बोलां चों, साडे कर्मां चों, साडे व्यवहारां चों, साडे किरदारां चों गुरु झलकण लग पए। बुद्ध बदली सिद्ध पाई हो जाए। कहण लगे आचार चर है, हुण चल पिया है, यात्रा चल पई है, सिद्ध हुई, हुण सफलता मिल गई है। सिद्धि ते बुद्ध पाई। कहण लगे होया किवें पाई, तुहानूं सफलता किवें मिल गई, तुसां की कीता है? कहण लगे असां कुछ नहीं कीता। फिर भी किवें हो गया? कहण लगे असीं ते बस गुरु के सन्मुख आए, असां होर कुछ नहीं करना, असां केवल अपने गुरु के सामने आउणा है। सामने आवांगे तो की करेंगे? गुरु निगाह दे तीर मार देंगे। बस काम तो इन्ना कुआ ना। शायद इसे करके
गुस्ताखी दी माफ़ी क्षमा करना। संगत हमेशा गुरु के सन्मुख बैठती है। असी जदों साइकोलॉजी पढ़ते हैं ना, गुस्ताखी दी माफ़ी कर देना, जदों असीं गुरुद्वारा साहिबान के अंदर ते ताणे बाणे ने पक्ष पढ़ते हैं, विचार करते हैं, जदों कीर्तनियां दे सामने बैठा हुआ व्यक्ति तो कुछ प्राप्त करता जे, पर स्टेज के पिछे बैठे हुए व्यक्ति उमरां भर बैठे रहिंदे ने, कुछ नहीं खटते। कीर्तन गुरु ग्रंथ साहिब सन्मुख बैठे व्यक्ति कुछ खटते हैं, कुछ कमाते हैं, कुछ झोलियां भर के ले जाते हैं, पर जो स्टेज के पिछे बैठते हैं ना, सारी उम्र उत्थे बैठे रहिंदे ने। बस उत्थे की लभदे ने, किंतु परंतु, ये दो चीज़ों के सिवा कुछ नहीं तीजा मिलिया होंदा। ज्ञानी होंदे ने, जानकार होंदे ने, पर गुरसिੱਖੀ की कला नहीं मिलती, प्रेम नहीं मिलता। सारी उम्र किंतु परंतु करदे आ, पग्गां लाउंदे झगड़दे लंघ जाती है। ये बहुत सन्मुखता ते होना, तद जाके निगाह तीर वजेगा, सामने वाले दे वजेगा ना, जो पिछे बैठा है आके वो तीर थोड़ा वजेगा। निगाह का तीर कहते वजेगा सामने वाले दे ते। कह लगे असी तो सिर्फ इसे करके साडे शब्द है, अपने गुरु दे सन्मुख हो। बस अपने गुरु दे, कदे कहा जे गुरु के पिछे खलो जो, सज्जना भैन भरावां दे पिछे खलोईदा। आपां सारे तो कहने ना कि चल बई परिवार दे पिठ पिछे आपां खड़े आ, तू अगे चल, असी तेरी पिठ नहीं लगन देंगे, जिन्ने जोगे हैगे आ असी तेरी पिठ ते खड़ांगे। पर कदे कहा जे किसी संत की पिठ ते खड़ांगे, गुरु की पिठ ते खड़ांगे? नहीं, असी गुरु के सन्मुख होवांगे, असी गुरु के संतां दे सन्मुख होवांगे, संगत दे सन्मुख होवांगे। गुरु संत दे सन्मुख होईदा है, परिवारां दे विच पिछे खड़े दे। धीआं पुत्तर काम करदे ने, कोई नहीं बच्चा करो, असी पिछे खड़े आ। आपां इदां ही करदे ना, भी बच्चे नूं काम लाउने, बेटा तुसीं करो, असी पिछे खड़े आ, पिठ ते खड़े आ। बजुर्गों का पिरथे हटते, परिवार के जितने परिवार के जी ज़्यादा ने, असी कहने पिठ ते उतना साडा बलवान भाई। पर चेता रखना, गुरु करते दे मंडल विच पिछे खलोण का कोई मायने नहीं गा, उत्थे दे सन्मुखता का मायने है। सन्मुख होवांगे तो कुछ मिलेगा, सन्मुख होवांगे तो क्या मिलेगा? गुरु की निगाह मिलेगी। ते निगाह दे विच की है? अमृत है। गुरु की दृष्टि दे विच ते अमृत है ना। गुरु की दृष्टि जे ते पै जाती है, उत्ते वक्त ते खालसा हो जाता। तुहानूं पता है, भंगाणी दे जंग विच बड़ा घनघोर जंग पै रहा है। एक हलवाई की सेवा करता है, लालचंद उहदा नाम है। उसके मन प्यार आ गया, महाराज मैं भी कुछ कर सकता। वो संगी साथियों क्या होना, लै तू की करदा, तू तो सारा दिन इत्थे बैठा घुटने घोटदा, हलवाई है। उन्हें कहा कोई गल नहीं, कुछ तो करूँगा ही ना। आ गया महाराज के, महाराज मैनू भी कोई कृपा, मैनू कोई सेवा दोगे? कित्थे की करना महाराज, मैं लड़ना चाहना। पुराने साखीकार कहते कि महाराज ने कहा कि महाराज मैं किसी को मार पावांगा कि नहीं मार पावांगा कोई पता नहीं, पर सिख वाल तुहाडी फौज वाल आउंदा होया कोई तीर तो मैनू वज जाएगा ना, वो तो एक रुक जाएगा ना, एक गोली तो उन्होंने बर्बाद कर देंगा ना। उन्हों का चलिया एक तीर, उन्होंने चली एक तलवार, एक वार तो मैं रोक ही लाँगा ना, एक वक्त तो मेरे किसी सिपाही को मिल जाएगा ना। हुण महाराज दे सन्मुख हो गया, तो सानू पता है कि महाराज सन्मुख हो के वो लालचंद हलवाई मैदान जंग जूझता है, लड़ता है और फतेह भी प्राप्त, जिन्हें लड़ता है फतेह भी प्राप्त करते। कृपाल महंत जो सारा समा बैठ के चौकड़ियाँ मार के समाधियाँ लाने वाला है, महाराज दे सन्मुख हो जाता है तो वह भी सिपाहियों वांग जूझ जाता है। जिसका जिक्र तो दशमेश अपने रचना च करते हैं, कृपाल कोपियं कुत के संभारी। याद रखना, गुरु के सन्मुख होवांगे तो की दा की हो जाएगा पता नहीं, ये गूंगे के उत्ते निगाह पै जाएगी तो वक्ता हो जाएगा, ये किसी ते दृष्टि पै जाए कुछ हो जाएगा, जो बनेगा वो खालसा बन जाएगा। मैं कहना खालसा बन जाएगा जिसते गुरु की दृष्टि पै जाए, अमृत दृष्टि पेखै होए संत। इस करके कह लगे तुसां की कीता कि तुहाडी ये सफलता मिल गई। कह लगे गुरु के सन्मुख होए, जे सन्मुख होए तो की लगा, कह लगे गुरु की निगाह का तीर लग गया। प्रेम के सर लाके तन भीतर, गुरु के प्रेम का तीर लग गया जे भाई। जे गुरु के सन्मुख होए तो ताई निगाह का तीर पेगा। जिन्हें आप कृपा दृष्टि अवलोकन कीनो दास का दुख बिदारियो आप पढ़ते हैं।
नदर मेहर दी होई तो मेहर दी नदर उहदे ते होएगी जो निगाह के दायरे विच आएगा। जो सन्मुख आएगा, सिख सन्मुखता गुरसिख च बड़ा प्यारा शब्द है, गुरु के सन्मुख हो जो। वो गुरु अज तुसीं गुरुमुख नहीं बने, कुछ भी नहीं बने, सन्मुख हो जो बहुत कुछ है। एक शायर ने दशमेश की बात बड़ा सोहना वचन किया, कह लगे लोग शिकार खेडते ने, भज भज के शिकार करते ने ना, लोग भजे फिरते जाल लाते कुत्ते पता नहीं की कुछ जफर जालते ने तद किते शिकार खेडते ने। हे दशमेश तुसीं ते बैठे रहिंदे हो, तेरे अगे सन्मुख शिकार ते आप आउंदे ने। असीं सोचते हैं दशमेश शिकार मारते होणगे, नहीं नहीं, शिकार ते आप आउंदे ने। तू अजब खदंग निवाज था, तेरी जद पे आते थे खुद हुमा। मारा भाई तू तो तीर कमान लैके बैठा, शिकार ते आप आउंदा, शिकार आप कहने मार तीर। इत्थे कितने गुरसिख बैठे निकले, मेरे ते निगाह करो, निगाह दा तीर सतगुर सूर में बाहया बान जो एक लागत ही पोहे गिर परया, परा करे जे शेक लगे प्रेम के सर लागे तन भीतर। जदों गुरु के प्रेम दा तीर हिरदे च लग्या तां भरम काटिया जाई। वो भरम दे छौड़, वो भरम दे बंधन जिन्हें हुण तक यात्रा नहीं सी होण दित्ती, वो भरम दे बंधन कट गए ने। वो भरम के बंधन, भरम के जकड़न पई खुल गई। गुरुदेव कृपा करन इस पावन शब्द दी अगली गल्लां फिर बैठ के वाचांगे, क्योंकि भरम दे बंधन बड़े मजबूत होंदे ने। भरम एक दलदल के रूप च हुंदा है, भरम एक जकड़न के रूप च हुंदा है। चंगा लगदा है पर फस जाईदा, इहदे विच नहीं कट्टिया जांदा। जदों प्रेम दे तीर लगदे ने ते भरम कट्टिया जांदा है। फिर प्रेम के सर ला के तन भीतर तां भरम काटिया जाए। इस करके मेरे गोबिंद अपने जन काओ देह वडियाई। ते जिहदे भरम कट्टे जांदे ने, हे सच्चे पातशाह गोबिंद जीओ तुसीं उसनूं वडियाई दे दिंदे, मैनूं वडियाई दे दिओ। सानूं वडियाई वास्ते जुगत की है, विश्वास रखो इच्छा पूरक सर्व सुख दाता हर, जां के वस है काम तेना सो ऐसा हर। ध्याइया मेरे जीड़े तां सर्व सुख पावे, मेरे ते करना की है जप मन सतनाम। बस सतनाम ही जपना। गुरुदेव कृपा करना सी इतने को वचन प्रवान करना। भुल चुक दी खिमा, आसीस ते प्यार दिन फतेह बुलावना। वाहिगुरू जी का खालसा, वाहिगुरू जी।